ਪਿਆਰੇ ਦੋਸਤੋ, ਅੱਜ ਪੰਜਾਬੀ ਬੋਲੀ ਦਾ ਸਵਾਲ ਭਾਗ 6 ਲੈ ਕੇ ਪ੍ਰੋਫੈਸਰ ਕਿਸ਼ਨ ਸਿੰਘ ਦਾ ਕੁਝ ਨੁਕਤੇ ਸਾਂਝਿਆਂ ਕਰਨ ਦੀ ਸਬੀਲ ਬਣੀ ਹੈ। ਕਹਿੰਦੇ ਨੇ ਕਿ ਪੰਜਾਬੀ ਦੀ ਥਾਂ ਦਬਾ ਦਬ ਸੰਸਕ੍ਰਿਤਾਈ ਹਿੰਦੀ ਵਾੜੀ ਆਉਂਦਿਆਂ ਨੂੰ ਇਸ ਉਪੱਦਰ ਦੇ ਖਿਲਾਫ ਜਦੋਂ ਕਿਹਾ ਜਾਂਦਾ ਹੈ ਤਾਂ ਜਵਾਬ ਮਿਲਦਾ ਹੈ, ਨੰਬਰ 1, ਅਸੀਂ ਹਿੰਦੀ ਨਹੀਂ ਲਿਆ ਰਹੇ, ਸਗੋਂ ਲਫ਼ਜ਼ ਸੰਸਕ੍ਰਿਤ ਤੋਂ ਲੈ ਰਹੇ ਹਾਂ। ਨੰਬਰ 2, ਕਿਉਂਕਿ ਸੰਸਕ੍ਰਿਤ ਪੰਜਾਬੀ ਆਦਿ ਬੋਲੀਆਂ ਦਾ ਮੁੱਢਲਾ ਸੋਮਾ ਹੈ। ਨੰਬਰ 3, ਸੋ ਲਫ਼ਜ਼ਾਂ ਦੀਆਂ ਜੜ੍ਹਾਂ ਲੈਣ ਲਈ ਉਸਾਰੀ ਦੀ ਲੋੜ ਵੇਲੇ ਇਸ ਸੋਮੇ ਵੱਲ ਨੂੰ ਮੁੜਨਾ ਸਾਇੰਟਿਫਿਕ ਹੈ। ਹਿੰਦੂ ਰਿਵਾਈਵਲਿਸਟ ਬੁਰਜ਼ੁਆਜ਼ੀ ਵੀ ਅੱਜ ਕੱਲ੍ਹ ਸੰਸਕ੍ਰਿਤ ਦੀ ਬਹੁਤ ਚਰਚਾ ਕਰ ਰਹੀ ਹੈ, ਜਿਵੇਂ ਸੰਸਕ੍ਰਿਤ ਦੀ ਸਫ਼ ਜ਼ਿੰਦਗੀ ਦੀ ਸਟੇਜ ਤੋਂ ਗਲਤੀ ਨਾਲ ਹੀ ਵਲੇਟੀ ਗਈ ਸੀ, ਜਿਵੇਂ ਉਹ ਸਾਡਾ ਗੁਆਚਿਆ ਵਡਮੁੱਲਾ ਖਜ਼ਾਨਾ ਹੈ ਜੋ ਮਸਾਂ ਲੱਭਾ ਹੈ, ਜਿਸ ਉੱਤੇ ਹੀ ਮੁਲਕ ਦੀ ਏਕਤਾ, ਸਾਇੰਸੀ ਯੁੱਗ ਦੀ ਕਲਚਰ ਦੀ ਉਸਾਰੀ ਅਤੇ ਸਾਡਾ ਸਾਰਾ ਭਵਿੱਖ ਆਧਾਰਿਤ ਹੈ। ਜੇ ਸੰਸਕ੍ਰਿਤ ਪੰਜਾਬੀ ਆਦਿ ਬੋਲੀਆਂ ਦੀ ਜਨਨੀ ਹੈ ਵੀ ਸੀ, ਤਾਂ ਵੀ ਜਿਸ ਰੂਪ ਵਿੱਚ ਉਹ ਜਿਉ ਸਕਦੀ ਹੈ ਉਹ ਸਾਡੀਆਂ ਅੱਜ ਕੱਲ੍ਹ ਦੀਆਂ ਬੋਲੀਆਂ ਹਨ। ਪ੍ਰੋਫੈਸਰ ਕਿਸ਼ਨ ਸਿੰਘ ਇੱਥੇ 3 ਨੁਕਤੇ ਸਾਡੇ ਸਾਹਮਣੇ ਲਿਆਉਂਦੇ ਨੇ। ਪਹਿਲੀ ਗੱਲ ਤੇ ਇਹ ਕਿ ਉਹ ਪੰਜਾਬੀ ਦੇ ਬੁੱਧੀਜੀਵੀ ਵਰਗ ਦੀਆਂ ਜੋ ਸੰਸਕ੍ਰਿਤ ਤੇ ਭਾਸ਼ਾ ਦੇ ਸਾਹਮਣੇ ਜਿਸ ਤਰ੍ਹਾਂ ਦੇ ਨਾਲ ਉਹ ਪੰਜਾਬੀ ਜ਼ੁਬਾਨ ਦਾ ਵਡਾਂਗਾ ਕਰ ਰਹੇ ਨੇ, ਇਹਦੇ ਉੱਤੇ ਉਹਨਾਂ ਦਾ ਮੁਸਲਸਲ ਹਮਲਾ ਜਾਰੀ ਹੈ। ਉਹ ਉਸ ਦੇ ਉੱਪਰ ਵਿਗਿਆਨਕ ਢੰਗ ਦੇ ਨਾਲ ਉੱਥੇ ਸਵਾਲ ਰੱਖ ਰਹੇ ਨੇ, ਔਰ ਇਹ ਸਵਾਲ ਵੱਡੇ ਰਾਜਨੀਤਿਕ ਸਵਾਲਾਂ ਦੀ ਸ਼ਕਲ ਸਾਡੇ ਦੌਰ ਤੱਕ ਪਹੁੰਚਦਿਆਂ ਲੈ ਲੈਂਦੇ। ਦੂਸਰੀ ਗੱਲ ਕਿ ਉਹ ਅਜਿਹੇ ਬੁੱਧੀਜੀਵੀਆਂ ਦੇ ਦਿਖਾਏ ਜਾਂਦੇ ਇੱਕ ਕਿਸਮ ਦੇ ਸੰਸਕ੍ਰਿਤ ਨੂੰ ਹੀ ਜਾਂ ਹਿੰਦੀ ਦੇ ਵਿੱਚੋਂ ਹੀ ਸ਼ਬਦ ਲੈ ਲੈਣ ਦੀ ਰੁਚੀ ਨੂੰ ਉਹ ਜੋੜਦੇ ਨੇ ਕਿ ਹਿੰਦੂ ਬੁਰਜ਼ੁਆਜ਼ੀ ਦਾ ਜਿਹੜਾ ਇੱਕ ਮੂਲਵਾਦੀ ਹਿੱਸਾ ਹੈ ਉਹ ਵੀ ਸੰਸਕ੍ਰਿਤ ਨੂੰ ਜਿਸ ਤਰ੍ਹਾਂ ਦੇ ਨਾਲ ਉਹਦੇ ਆਸ-ਪਾਸ ਇੱਕ ਵਿਚਾਰਧਾਰਾ ਖੜੀ ਕਰ ਰਿਹਾ ਹੈ, ਤੇ ਪੰਜਾਬੀ ਬੁੱਧੀਜੀਵੀ ਜਿਵੇਂ ਆਪਣੀ ਕਮਜ਼ੋਰੀ ਲੁਕਾਉਣ ਦੇ ਲਈ ਪੰਜਾਬੀ ਦੇ ਉੱਤੇ ਜਿਹੜਾ ਸੰਸਕ੍ਰਿਤ ਦਾ ਲਬਾਦਾ ਚਾੜ ਰਹੇ ਨੇ, ਇਹਨਾਂ ਦੋਵਾਂ ਦੇ ਅੰਦਰ ਜਿਹੜੀ ਸਾਨੂੰ ਸਾਂਝ ਤੇ ਸੰਯੋਗ ਦਿਸ ਰਿਹਾ ਹੈ, ਇਹਦੇ ਵੱਲ ਉਹ ਸਾਡਾ ਇਸ਼ਾਰਾ ਕਰਦੇ ਨੇ ਕਿ ਜੇ ਸਾਡਾ ਬੁੱਧੀਜੀਵੀ ਵਰਗ ਸੁਚੇਤ ਨਾ ਹੋਇਆ ਤਾਂ ਅਸੀਂ ਪੰਜਾਬੀ ਦਾ ਇਹ ਖਜ਼ਾਨਾ ਗੁਆ ਬੈਠਾਂਗੇ ਤੇ ਸਾਡੇ ਲੋਕ ਇਸ ਤੋਂ ਵਿਰਵੇ ਰਹਿ ਜਾਣਗੇ। ਔਰ ਤੀਸਰਾ ਇੱਕ ਨੁਕਤਾ ਉਹ ਬਹੁਤ ਮਹੱਤਵਪੂਰਨ ਦੱਸਦੇ ਨੇ, ਜਿੱਥੋਂ ਇਸ ਗੱਲ ਦਾ ਪਤਾ ਲੱਗਦਾ ਕਿ ਸੰਸਕ੍ਰਿਤ ਦੇ ਵਿਚਲੇ ਗਿਆਨ ਗ੍ਰੰਥਾਂ ਤੇ ਉਹਦੇ ਵਿੱਚੋਂ ਹਿੰਦੁਸਤਾਨ ਦੇ ਇਤਿਹਾਸ ਦੀ, ਵਿਆਕਰਣ ਦੀ, ਫਲਸਫੇ ਦੀ, ਭਾਸ਼ਾ ਸ਼ਾਸਤਰ ਦੀ ਤੇ ਹੋਰਾਂ ਮਸਲਿਆਂ ਦੇ ਉੱਪਰ ਜਿਹੜੀ ਉਹਦੀ ਪ੍ਰਾਪਤੀ ਹੈ ਉਹਦੇ ਤੋਂ ਇਨਕਾਰ ਨਹੀਂ। ਗੱਲ ਇਹ ਹੈ ਕਿ ਸੰਸਕ੍ਰਿਤ ਜ਼ੁਬਾਨ ਨੂੰ ਜੇ ਨਵੀਆਂ ਜ਼ੁਬਾਨਾਂ ਦੇ ਮੌਲਣ ਦੀ ਥਾਂ ਦੇ ਉੱਪਰ ਇਹਨੂੰ ਲਾਗੂ ਕੀਤਾ ਜਾਏਗਾ ਜਾਂ ਇਹਦਾ ਇੱਕ ਅਸਰ ਪਵਾਇਆ ਜਾਏਗਾ, ਉਸ ਤੋਂ ਉਹ ਸੁਚੇਤ ਕਰਦੇ ਨੇ। ਔਰ ਇਹ ਕਹਿੰਦੇ ਨੇ ਕਿ ਜੇ ਉਹ ਇਹਨਾਂ ਦੀ ਮਾਂ ਹੈ ਵੀ, ਮੁੱਢਲਾ ਸੋਮਾ ਜੇ ਉਹ ਹੈ ਵੀ, ਤਾਂ ਹੁਣ ਉਹ ਆਪਣੇ ਪੁਰਾਣੇ ਰੂਪ ਦੇ ਵਿੱਚ ਨਹੀਂ, ਸਗੋਂ ਜੇ ਉਹਨੇ ਜਿਉਣਾ ਹੈ, ਜੇ ਉਹ ਜਿਉ ਸਕਦੀ ਸੀ ਤਾਂ ਇਹਨਾਂ ਜ਼ੁਬਾਨਾਂ ਦੇ ਵਿੱਚੋਂ ਹੀ ਉਹ ਜਿਉ ਸਕਦੀ ਹੈ। ਜਿਵੇਂ ਅੱਜ ਕੱਲ੍ਹ ਦੀਆਂ ਬੋਲੀਆਂ ਨੂੰ ਹੀ ਤੁਸੀਂ ਇਹ ਸਮਝੋ ਕਿ ਇਹੋ ਹੀ ਅੱਜ ਦੇ ਦੌਰ ਦੇ ਵਿੱਚ ਗਿਆਨ ਧਿਆਨ ਦੇ ਲਈ ਤਿਆਰ ਕੀਤੀਆਂ ਜਾਣ ਤੇ ਸੰਸਕ੍ਰਿਤ ਫਿਰ ਇਹਨਾਂ ਦੇ ਵਿੱਚੋਂ ਹੀ ਜਿਉਂਦੀ ਰਹਿ ਸਕਦੀ ਹੈ। ਇਹਨਾਂ ਤੋਂ ਟੁੱਟ ਕੇ ਉਹ ਕੋਈ ਨਵੀਂ ਭਾਸ਼ਾ ਬਣਨ ਦੇ ਸਮਰੱਥ ਨਹੀਂ ਹੈ। ਇਸੇ ਹੀ ਪ੍ਰਸੰਗ ਦੇ ਵਿੱਚ ਆਪਾਂ ਹੀਰ ਵਾਰਿਸ ਸ਼ਾਹ ਦੇ ਵਿੱਚ ਉਸ ਮੁਕਾਮ ਤੇ ਪਹੁੰਚੀਏ ਜਿੱਥੇ ਰਾਂਝਾ ਜੋਗ ਲੈਣ ਦੇ ਲਈ ਟਿੱਲਾ ਜੋਗੀਆਂ ਦੇ ਵਿੱਚ ਬਾਲਨਾਥ ਦੇ ਕੋਲ ਬੈਠਾ ਹੈ। ਬਾਲਨਾਥ ਰਾਜ਼ੀ ਹੁੰਦਾ ਹੈ ਉਹਨੂੰ ਜੋਗ ਦੇਣ ਦੇ ਲਈ, ਔਰ ਉਸ ਤੋਂ ਬਾਅਦ ਉਹ ਸਮਝਾਉਣਾ ਚਾਹੁੰਦਾ ਹੈ ਜੋਗ ਦੇ ਪੰਥ ਦੀ ਮਰਿਆਦਾ, ਔਰ ਰਾਂਝਾ ਉੱਥੇ ਵੀਰ ਜਾਂਦਾ ਹੈ, ਕਹਿੰਦਾ ਜੀ ਇਸ ਤਰ੍ਹਾਂ ਦੇ ਨਾਲ ਨਹੀਂ, ਅਸੀਂ ਨਹੀਂ ਇਹ ਕੋਈ ਦੁਨੀਆ ਤੋਂ ਤੇ ਇਸ਼ਕ ਤੋਂ ਤੇ ਆਪਣੀ ਨੱਢੀ ਤੋਂ ਕੱਟ ਕੇ ਅਸੀਂ ਇਹ ਕੋਈ ਜੋਗ ਪਾਲਣ ਨਹੀਂ ਆਏ ਹੋਏ। ਔਰ ਉਹਦੇ ਵਿੱਚ ਬੜਾ ਇੱਕ ਦਿਲਚਸਪ ਤੇ ਸਿਧਾਂਤਕ ਤੌਰ ਦੇ ਉੱਤੇ ਬੜਾ ਪਰਪੱਕ ਸੰਵਾਦ ਇਹਨਾਂ ਦੋਵਾਂ ਦੇ ਵਿੱਚ ਚੱਲਦਾ ਹੈ, ਜਿੱਥੇ ਕਿ ਰਾਂਝਾ ਵਾਰ-ਵਾਰ ਆਪਣੀ ਉਸ ਗੱਲ ਤੋਂ ਪਿੱਛੇ ਹਟਣ ਨੂੰ ਤਿਆਰ ਨਹੀਂ ਹੈ ਤੇ ਜੋਗ ਵੀ ਉਹਨੂੰ ਚਾਹੀਦਾ ਹੈ।
ਉਸੇ ਵਿੱਚ ਤਕਰਾਰ ਜਦੋਂ ਵੱਧਦਾ ਹੈ ਤਾਂ ਬਾਲਨਾਥ ਜਿਵੇਂ ਕਹਿ ਰਿਹਾ ਹੋਵੇ ਤੇ ਵਾਰਿਸ ਸ਼ਾਹ ਕਹਿੰਦੇ ਨੇ ਕਿ ਵਾਰਿਸ ਜੋਗ ਹੈ ਕੰਮ ਨਿਰਾਸਿਆਂ ਦਾ, ਤੁਸੀਂ ਜੱਟਾਂ ਕੀ ਜੋਗ ਨੂੰ ਪਾਵਣਾ। ਇਹ ਬਹੁਤ ਦਿਲਚਸਪ ਹੈ ਕਿ ਜੋਗ, ਜਿਵੇਂ ਸੰਸਕ੍ਰਿਤ ਵਾਲੇ ਆਖਣ, ਇਹ ਪੰਜਾਬੀ ਬੁੱਧੀਜੀਵੀਆਂ ਦੇ ਬਾਰੇ ਹੈ ਕਿ ਜਿਵੇਂ ਇਹ ਬੁੱਧੀਜੀਵੀ ਪੰਜਾਬੀਆਂ ਨੂੰ ਕਹਿ ਰਹੇ ਹੋਣ ਕਿ ਇਹ ਗਿਆਨ ਧਿਆਨ ਤੇ ਸੰਸਕ੍ਰਿਤਾਈ ਹਿੰਦੀ ਤੋਂ ਬਿਨਾਂ ਸੰਭਵ ਹੀ ਨਹੀਂ ਹੈ, ਉਸੇ ਦੇ ਵਿੱਚ ਹੀ ਹੋਇਆ ਹੈ। ਸਾਨੂੰ ਤੇ ਆਪਣੀ ਉਸਾਰੀ ਦੇ ਲਈ ਇਹਦੀ ਲੋੜ ਹੀ ਬਹੁਤ ਹੈ। ਤੇ ਜਿਹੜੇ ਬੰਦੇ ਸਿਰਫ ਆਪਣੀ ਜ਼ੁਬਾਨ ਦਾ ਹੀ ਇੱਥੇ ਰੱਟਾ ਪਾਈ ਬੈਠੇ ਨੇ, ਉਹਨਾਂ ਨੇ ਨਹੀਂ ਜੋਗ ਕਦੇ ਪਾਉਣਾ। ਇਹ ਜੱਟਾਂ ਦੇ ਵੱਸ ਦੀ ਗੱਲ ਹੈ ਨਹੀਂ। ਜੇ ਆਪਾਂ ਲੋਕਾਂ ਨੂੰ ਇੱਥੇ, ਜਿਵੇਂ ਇੱਥੇ ਜੱਟ ਆਖਿਆ ਗਿਆ, ਜੋ ਉਵੇਂ ਲੈ ਲਈਏ ਕਿ ਜਿਹੜੇ ਪਛੜੇ ਹੋਏ ਨੇ, ਜਿਹੜੇ ਗਿਆਨ ਤੋਂ ਵਿਰਵੇ ਨੇ। ਸੋ ਉਸ ਲਿਹਾਜ਼ ਦੇ ਨਾਲ ਇਹ ਜਿਹੜਾ ਸੰਵਾਦ ਹੈ ਉਹਦੇ ਵਿੱਚ ਇੱਕ ਦੇਸੀ ਅਗਿਆਨੀ ਕਿਸਮ ਦਾ ਇੱਕ ਪੰਜਾਬੀ ਮਨੁੱਖ ਗਿਆਨ ਧਿਆਨ ਵਾਲਿਆਂ ਦੇ ਨਾਲ ਮੱਥਾ ਲਾ ਰਿਹਾ ਹੈ ਰਾਂਝੇ ਦੇ ਰੂਪ ਦੇ ਵਿੱਚ, ਤੇ ਆਪਣੀ ਗੱਲ ਨੂੰ ਸਿਦਕ ਦੇ ਨਾਲ ਉਹ ਨਿਭਾ ਜਾ ਰਿਹਾ ਹੈ। ਰਾਂਝੇ ਨੇ ਤੇ ਆਪਣੀਆਂ ਇਹਨਾਂ ਚੀਜ਼ਾਂ ਦੇ ਉੱਤੇ ਬਾਲਨਾਥ ਨੂੰ ਕਾਇਲ ਕਰਕੇ ਆਪਣੀਆਂ ਦਲੀਲਾਂ ਦੇ ਨਾਲ ਜੋਗ ਲਿਆ। ਪੰਜਾਬੀ ਪਿਆਰੇ ਕਦੋਂ ਰਾਂਝੇ ਦੀ ਪੈੜ ਦੇ ਵਿੱਚ ਪੈੜ ਰੱਖਣਗੇ, ਉਹਦੀ ਆਵਾਜ਼ 'ਚ ਆਵਾਜ਼ ਮਿਲਾਉਣਗੇ ਤੇ ਪੰਜਾਬੀ ਜ਼ੁਬਾਨ ਨੂੰ ਬਾਕੀਆਂ ਜ਼ੁਬਾਨਾਂ ਦੇ ਛੱਪੇ ਤੋਂ ਮੁਕਤ ਕਰਨਗੇ, ਅੱਗੇ ਵਧਣਗੇ। ਇਹ ਸਵਾਲ ਸਾਡੇ ਸਾਰਿਆਂ ਦੇ ਲਈ ਹੈ। ਬਹੁਤ ਬਹੁਤ ਮਿਹਰਬਾਨੀ ਜੀ। ਮਿੱਤਰ ਪਿਆਰਿਓ, ਪੰਜਾਬੀ ਬੋਲੋ, ਪੰਜਾਬੀ ਲਿਖੋ, ਪੰਜਾਬੀ ਪੜ੍ਹਾਓ ਤੇ ਪੰਜਾਬੀ ਦੇ ਵਧਾ ਲਈ ਕੰਮ ਕਰੋ। ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਮਿੱਤਰ ਪਿਆਰਿਓ। ਫਿਰ ਮਿਲਨੇ ਆ ਜੀ।